कैसे कैलेंडर की वजह तो है और वो कैलेंडर किड़ा है। और एक ऐसी गाय जिहड़ी पैदा हुई है और जिस गाय की वजह तो ये सारा मामला खराब हो रहे हैं। ਅੱਜ ਆਪਾਂ ਇਸੇ ਟੌਪਿਕ ਤੇ ਗੱਲਾਂ ਕਰਾਂਗੇ ਔਰ ਇਨਸ਼ਾਅੱਲਾ ਜੋ ਵੀ ਗੱਲ ਕਰਾਂਗੇ ਹਕੀਕਤ ਤੇ ਮਬਨੀ ਕਰਾਂਗੇ। ਕੋਈ ਵੀ ਗੱਲ ਫੇਕ ਜਾਂ ਕੋਈ ਗਲਤ ਚੀਜ਼ ਨਹੀਂ ਹੋਈ, ਹਰ ਚੀਜ਼ ਹਕੀਕਤ ਤੇ ਮਬਨੀ ਹੋਏਗੀ। ਔਰ ਇਹ ਵਾਕਿਆ ਹੀ ਸੱਚ ਹੈਗਾ। ਇੱਕ ਹਕੀਕਤ ਹੈਗੀ ਹੈ ਕਿ ਇੱਕ ਐਸਾ ਕੈਲੰਡਰ ਵੀ ਐਗਜ਼ਿਸਟ ਕਰਦਾ ਇਸ ਦੁਨੀਆ ਦੇ ਅੰਦਰ ਜਿੰਦੀ ਵਜ੍ਹਾ ਕਰਕੇ ਸਾਰੀਆਂ ਜੰਗਾਂ ਨੇ, ਔਰ ਇੱਕ ਐਸੀ ਗਾਇ ਵੀ ਐਗਜ਼ਿਸਟ ਕਰਦੀ ਇਸ ਦੁਨੀਆ ਦੇ ਅੰਦਰ ਜਿੰਦੀ ਵਜ੍ਹਾ ਕਰਕੇ ਸਾਰੀਆਂ ਜੰਗਾਂ ਨੇ। ਅੱਜ ਆਪਾਂ ਇਸੇ ਗੱਲ ਤੇ ਇਸੇ ਟੌਪਿਕ ਤੇ ਗੱਲ ਕਰਾਂਗੇ। ਤੇ ਚਲੋ ਸ਼ੁਰੂ ਕਰਨੇ ਆ ਇਸ ਵੀਡੀਓ ਨੂੰ। ਇਹ ਜਿੰਨੀਆਂ ਵੀ ਜੰਗਾਂ ਔਰ ਜਿੰਨੇ ਵੀ ਮਾਮਲਾਤ ਹੋ ਰਹੇ ਨੇ, ਜਿਵੇਂ ਕਿ ਪਹਿਲੇ ਮੈਂ ਤੁਹਾਨੂੰ ਜ਼ਿਕਰ ਕਰ ਚੁੱਕਾ ਹਾਂ ਕੈਲੰਡਰ ਔਰ ਇੱਕ ਗਾਇ ਦੇ ਬਾਰੇ ਦੇ ਅੰਦਰ, ਇਹ ਸਾਰੀਆਂ ਚੀਜ਼ਾਂ ਹੈ ਨੇ ਯਹੂਦੀਆਂ ਦੀਆਂ ਮੰਨਣ ਵਾਲੀਆਂ। ਯਹੂਦੀ ਜਿਸ ਚੀਜ਼ ਨੂੰ ਫੋਲੋ ਕਰਦੇ ਨੇ, ਜੇ ਯਹੂਦੀਆਂ ਦੀਆਂ ਕਿਤਾਬਾਂ ਦੇ ਅੰਦਰ ਇਹ ਚੀਜ਼ਾਂ ਹੈ ਨੇ। ਔਰ ਇਹ ਤੁਸੀਂ ਜਾ ਕੇ ਸਰਚ ਕਰੋ, ਇਨਸ਼ਾਅੱਲਾ ਤੁਹਾਨੂੰ ਪਤਾ ਚੱਲ ਜਾਏਗਾ ਕਿ ਵਾਕਿਆ ਤਾਂ ਨਹੀਂ ਐਗਜ਼ਿਸਟ ਕਰਦੀਆਂ ਨੇ। ਇਹ ਅਸਲ ਦੇ ਅੰਦਰ ਇੱਕ ਕਿੱਸਾ ਹੈ ਬਹੁਤ ਪੁਰਾਣਾ। ਇਹ ਕੋਈ ਜੰਗ ਅੱਜ ਦੀ ਨਹੀਂ ਹੈ। ਅਗਰ ਆਪਾਂ ਕੋਈ ਜਿਹੜੇ ਆਪਣੇ ਸਾਦਾ ਲੋਕ ਨੇ ਉਹ ਸਮਝਦੇ ਨੇ ਕਿ ਸ਼ਾਇਦ ਇਹ ਇੱਕ ਦੋ ਦਿਨਾਂ ਦੀ ਜੰਗ ਹੈ ਜਾਂ 2-4 ਸਾਲਾਂ ਜਾਂ 200-400 ਸਾਲ ਦੀ ਜੰਗ ਹੈ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇਹ ਹਜ਼ਾरों ਸਾਲ ਪੁਰਾਣੀ ਤਾਰੀਖ ਹੈਗੀ ਹੈ। ਤਕਰੀਬਨ ਅੱਜ ਤੋਂ 3000 ਸਾਲ ਪਿੱਛੇ ਜਾਈਏ ਨਾ, ਇਹ ਯਹੂਦੀਆਂ ਦੇ ਅੰਦਰ ਇਹ ਉਸ ਟਾਈਮ ਤੋਂ ਨਫ਼ਰਤ ਚੱਲਦੀ ਆਉਂਦੀ ਹੈ ਮੁਸਲਮਾਨਾਂ ਦੇ ਖਿਲਾਫ। ਅਸਲ 2500 ਸਾਲ ਪਿੱਛੇ ਜਾਣਾ ਪੈਣਾ। ਔਰ ਇਹਦੀ ਬੁਨਿਆਦੀ ਵਜ੍ਹਾ ਇਹ ਵੇ ਕਿ ਇੱਕ ਈਰਾਨ ਦੇ ਅੰਦਰ ਇੱਕ ਵਜ਼ੀਰ ਸੀਗਾ, ਇੱਕ ਬਾਦਸ਼ਾਹ ਦਾ ਵਜ਼ੀਰ ਸੀ ਜਿਹਦਾ ਨਾਮ ਸੀ ਹਮਾਨ, ਜਿਹਦੀ ਵਜ੍ਹਾ ਕਰਕੇ ਸਾਰਾ ਨਫ਼ਰਤ ਇਰਾਨੀਆਂ ਦੇ ਖਿਲਾਫ ਯਹੂਦੀਆਂ ਦੇ ਅੰਦਰ ਪਾਈ ਜਾਂਦੀ ਹੈ। ਔਰ ਉਹਦੀ ਵਜ੍ਹਾ ਇਹ ਸੀਗੀ ਕਿ ਇੱਕ ਟਾਈਮ ਐਸਾ ਸੀ ਕਿ ਜਦੋਂ ਜਿਹੜੇ ਯਹੂਦੀ ਨੇ ਇਹਨਾਂ ਨੂੰ ਕੋਈ ਪਨਾਹ ਨਹੀਂ ਸੀ ਦਿੰਦਾ ਹੈਗਾ। ਕੋਈ ਵੀ ਆਪਣੇ ਮੌਲਵੀ ਜਿਹੜੇ ਨੇ ਆਪਾਂ ਨੂੰ ਦੱਸਦੇ ਨਹੀਂ ਇਹਨਾਂ ਚੀਜ਼ਾਂ ਦੇ ਬਾਰੇ, ਲੇਕਿਨ ਇਹ ਦੱਸਣੀਆਂ ਚਾਹੀਦੀਆਂ ਨੇ। ਹਿਸਟੋਰੀਕਲ ਚੀਜ਼ਾਂ ਪੁਰਾਣੀ ਤਰੀਕ ਪੁਰਾਣੀ ਆਪਾਂ ਨੂੰ ਪੜ੍ਹਾਉਂਦਾ ਹੀ ਕੋਈ ਨਹੀਂ, ਕਿਉਂਕਿ ਜੇ ਮੈਂ ਪੰਜਾਬੀ ਦੇ ਵਿੱਚ ਇਸ ਬਾਰੇ ਗੱਲ ਕਰਨਾ ਕਿ ਆਪਣੇ ਸਾਦਾ ਲੋਕਾਂ ਨੂੰ ਜਿਹੜੇ ਸਮਝਦੇ ਨੇ ਨਾ ਕਿ ਕੁਝ ਵੀ ਨਹੀਂ ਹੈਗਾ, ਇਹ ਪਤਾ ਨਹੀਂ ਕਿਸ ਵਜ੍ਹਾ ਤੋਂ ਜੰਗਾਂ ਹੋ ਰਹੀਆਂ ਨੇ, ਇਹ ਤੁਹਾਨੂੰ ਅਸਲ ਜਿਹੜੀ ਬੁਨਿਆਦੀ ਵਜ੍ਹਾ ਹੈ ਇਹ ਇਸਲਾਮ ਹੈਗਾ। ਇਸਲਾਮ ਦੇ ਨਾਲ ਦੁਸ਼ਮਣੀ ਹੈਗੀ ਹੈ, ਮਸਜਿਦ ਅਕਸਾ ਦੇ ਨਾਲ ਦੁਸ਼ਮਣੀ ਹੈਗੀ ਹੈ। ਇਹ ਜ਼ਮੀਨ ਦੇ ਉੱਤੇ ਜਿਹੜੇ ਯਹੂਦੀ ਨੇ ਇਹ ਆਪਣੇ ਆਪ ਨੂੰ ਆਲਾ ਤਰ ਕੌਮ ਸਮਝਦੇ ਨੇ, ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਹੀ ਇੱਕ ਆਲਾ ਨਸਲ ਦੇ ਹੈਗੇ ਹਾਂ, ਕੌਮ ਹੈ, ਆਲਾ ਨਸਲ ਦੀ ਉਮਤ ਅਸੀਂ ਹੈਗੇ ਹਾਂ, ਤੇ ਆਪਣੇ ਆਪ ਨੂੰ ਆਲਾ ਸਮਝਦੇ ਨੇ ਆਪਣੇ ਮੁਸਲਮਾਨਾਂ ਤੋਂ। ਇਸ ਵਜ੍ਹਾ ਕਰਕੇ ਵਾਪਸ ਆਉਂਦੇ ਹਾਂ ਟੌਪਿਕ ਦੇ ਉੱਤੇ, ਜਿਹੜਾ ਮੇਨ ਆਪਣਾ ਟੌਪਿਕ ਸੀਗਾ ਕਿ ਹਮਾਨ ਦੇ ਵਜ੍ਹਾ ਤੋਂ ਕੀ ਜਿਹੜੀ ਇਹਦੀ ਰੰਜਿਸ਼ ਸੀ ਹਮਾਨ ਦੇ ਨਾਲ। ਇਹਦੀ ਵਜ੍ਹਾ ਇਹ ਸੀ ਕਿ ਇਹਨਾਂ ਨੂੰ ਕੋਈ ਰੱਖਦਾ ਨਹੀਂ ਸੀ। ਜਦੋਂ ਇਹਨਾਂ ਨੂੰ ਯਰੂਸ਼ਲਮ ਦੇ ਵਿੱਚੋਂ ਕੱਢਿਆ ਗਿਆ, ਇਹਨਾਂ ਨੂੰ ਮਾਰਿਆ ਗਿਆ ਔਰ ਹੈਕਲ ਸੁਲੇਮਾਨੀ ਤਬਾਹ ਕੀਤਾ। ਇੱਕ ਇਰਾਕ ਦੇ ਆਪਣੇ ਸਦਰ ਨੇ, ਇਰਾਕ ਦਾ ਬਾਦਸ਼ਾਹ ਸੀ, ਉਹਨੇ ਹਮਲਾ ਕੀਤਾ ਔਰ ਸਾਰਾ ਕੁਝ ਦਰਮ ਬਰਮ ਕਰਤਾ। ਹੈਕਲ ਸੁਲੇਮਾਨੀ ਦਾ ਸਲਮਾਨ ਇਸਲਾਮ ਨੇ ਬਣਾਇਆ ਸੀਗਾ, ਉਹਨੂੰ ਤਬਾਹ ਕਰਤਾ। ਉਹਨੂੰ ਤਬਾਹ ਕਰਕੇ ਉਹ ਸਾਰਾ ਸੋਨਾ ਲੈ ਗਿਆ ਔਰ ਹੈਕਲ ਸੁਲੇਮਾਨੀ ਦੇ ਅੰਦਰੋਂ ਤਬੂਤੇ ਸਕੀਨਾ ਉਹ ਵੀ ਲੈ ਗਿਆ। ਤਬੂਤੇ ਸਕੀਨਾ ਕੀ ਹੈ, ਉਹਦੇ ਅੰਦਰ हज़रत मूसा अलैहिस्सलाम दे आसा मुबारक ने और हज़रत मूसा अलैहिस्सलाम दे कपड़े ने, जुब्बा मुबारक जिन्होंने कहने ये चीज़ां उनके तबूत सकीना के अंदर ने, जो कि वो कट के लै गए थे, जिंदी जो अज भी ਜਿਹੜੇ ਯਹੂਦੀ ने उन्होंने ਲੱਭ ਰਹੇ ਨੇ। कुछ कहते हैं इन्होंने मिल गया, कुछ कहते नहीं मिलिया। ये जिंदी सर्च अज भी जारी है। ये सारा टॉपिक इसे चीज़ का है, सारी जंगां इसे वजह तो हो रही ने। अच्छा, ਜਦੋਂ ਉਹਨਾਂ ਨੇ ਇਹਨਾਂ ਨੂੰ ਕੱਢ ਦਿੱਤਾ ਉੱਥੋਂ, ਇਹ ਚਲੇ ਗਏ, ਇਹਨਾਂ ਨੂੰ ਕੋਈ ਪਨਾਹ ਨਹੀਂ ਸੀ ਦਿੰਦਾ ਹੈਗਾ। ਇਹਨਾਂ ਨੂੰ ਪਨਾਹ ਦਿੱਤੀ ਈਰਾਨ ਦੇ ਬਾਦਸ਼ਾਹ ਨੇ। ਈਰਾਨ ਦੇ ਬਾਦਸ਼ਾਹ ਦੇ ਥੱਲੇ ਵਜ਼ੀਰ ਸੀਗਾ ਹਮਾਨ, ਜਿਹਦਾ ਨਾਮ ਸੀ। ਔਰ ਈਰਾਨ ਦੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਸਾਰੀ ਯਾਨੀ ਕਿ ਜਿੰਨੀ ਵੀ ਰਾਇਆ ਸੀਗੀ, ਜਦੋਂ ਹਮਾਨ ਨਵਾਂ ਵਜ਼ੀਰ ਬਣਿਆ ਨਾ, ਤੇ ਬਾਦਸ਼ਾਹ ਨੇ ਹੁਕਮ ਦਿੱਤਾ ਸਾਰੀ ਰਾਇਆ ਨੂੰ ਕਿ ਇਹ ਸਾਰੀ ਰਾਇਆ ਇਹਨਾਂ ਦੇ ਤਾਬੇ ਹੋ ਜਾਵੇ, ਇਸ ਵਜ਼ੀਰ ਦੇ, ਕਿ ਇਸ ਵਜ਼ੀਰ ਨੂੰ ਸਜਦਾ ਕਰਨ, ਵਜ਼ੀਰ ਅੱਗੇ ਝੁਕ ਜਾਣ। ਤੇ ਇੱਕ ਯਹੂਦੀਆਂ ਦੇ ਅੰਦਰ ਇੱਕ ਬਹੁਤ ਅੱਛਾ ਇਨਸਾਨ ਸੀ, ਇੱਕ ਬਹੁਤ ਬੜਾ ਯਹੂਦੀ ਬਜ਼ੁਰਗ ਸੀਗਾ ਜਿਹਨੇ ਹਮਾਨ ਦੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਔਰ ਉਹਨਾਂ ਦਾ ਨਾਮ ਸੀ ਮੁਰਤਕੇ ਜਾਂ ਮੁਰਤਕੇ, ਇਸ ਤਰ੍ਹਾਂ ਦਾ ਨਾਮ ਸੀ ਉਹਨਾਂ ਦਾ। ਔਰ ਉਹ ਬਹੁਤ ਬੜੇ ਯਾਨੀ ਕਿ ਅੱਲਾ ਦੀ ਜ਼ਾਤ ਨੂੰ ਮੰਨਣ ਵਾਲੇ ਸੀ। ਉਸ ਟਾਈਮ ਦੋ ਰਿਲੀਜਨ ਫੋਲੋ ਕੀਤੇ ਜਾਂਦੇ ਸੀਗੇ। ਇੱਕ ਰਿਲੀਜਨ ਸੀਗਾ ਜੋ ਹਜ਼ਰਤ मूसा अलैहिस्सलाम ਦਾ ਰਿਲੀਜਨ ਸੀ, ਜੋ ਅੱਲਾ ਦੀ ਜ਼ਾਤ ਨੂੰ ਮੰਨਦੇ ਸੀਗੇ। ਔਰ ਦੂਸਰਾ ਰਿਲੀਜਨ ਜੋ ਸੀ ਉਹ ਈਰਾਨ ਦੇ ਅੰਦਰ ਜੋ ਲੋਕ ਸੀਗੇ ਜਿਹੜੇ ਜਿਵੇਂ ਕਿ ਹਮਾਨ ਦਾ ਰਿਲੀਜਨ ਸੀਗਾ, ਜੋ ਕਿ ਕਹਿ ਰਿਹਾ ਸੀਗਾ ਝੁਕਣ ਵਾਸਤੇ ਇਸ ਵਜ੍ਹਾ ਕਰਕੇ ਮੁਰਤਕੇ ਜੋ ਸੀਗੇ ਉਹ ਅੱਲਾ ਦੀ ਜ਼ਾਤ ਨੂੰ ਮੰਨਣ ਵਾਲੇ ਸੀ, ਉਹਨਾਂ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਝੁਕਣਾ ਤੁਹਾਡੇ ਸਾਹਮਣੇ। ਇਸ ਵਜ੍ਹਾ ਕਰਕੇ ਹਮਾਨ ਦੇ ਅੰਦਰ ਜਿਹੜਾ ਸੀ ਨਾ ਬਹੁਤ ਸਾਰਾ ਗੁੱਸਾ ਭਰ ਗਿਆ ਕਿ ਇਹਨੇ ਮੇਰੀ ਇਤਾਅਤ ਕਿਉਂ ਨਹੀਂ ਕੀਤੀ, ਜੋ ਕਿ ਮੇਨ ਵਜ੍ਹਾ ਬਣੀ ਇਹਨਾਂ ਦੀ ਲੜਾਈ ਦੀ। ਤੇ ਹਮਾਨ ਨੇ ਸੋਚਿਆ ਕਿ ਮੈਂ ਇਹਨਾਂ ਨੂੰ ਨਾ ਹੁਣ ਨਾਲੇ ਕਤਲ ਕਰਵਾਵਾਂਗਾ ਸਾਰਿਆਂ ਨੂੰ, ਤੇ ਨਾਲੇ ਮੈਂ ਇਹਨਾਂ ਨੂੰ ਕੀ ਕਹਿੰਦੇ ਨੇ ਇਸ ਜ਼ਮੀਨ ਤੋਂ ਕਢਾਵਾਂਗਾ। ਤੇ ਉਹਨੇ ਫਿਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕੀਤੇ, ਜੋ ਕਿ ਈਰਾਨ ਦਾ ਬਾਦਸ਼ਾਹ ਸੀ।
ਉਹਨੇ ਜਦੋਂ ਦੇ ਕੰਨ ਭਰਨੇ ਸ਼ੁਰੂ ਕੀਤੇ ਤੇ ਉਹਨੇ ਫਿਰ ਵਿੱਚ ਬਹੁਤ ਸਾਰੀਆਂ ਗੱਲਾਂ ਆਪਣੇ ਕੋਲੋਂ ਜੋੜੀਆਂ, ਕੁਝ ਗੱਲਾਂ ਇਹਨਾਂ ਦੀ ਕੋਲੋਂ, ਤੇ ਉਹਨੇ ਫਿਰ ਬਾਦਸ਼ਾਹ ਤੋਂ ਕੋਲੋਂ ਇੱਕ ਐਸਾ ਕਾਨੂੰਨ ਪਾਸ ਕਰਵਾਇਆ ਕਿ ਜਿਹੜਾ ਵੀ ਬਾਦਸ਼ਾਹ ਦਾ ਵਜ਼ੀਰ ਦੇ ਸਾਹਮਣੇ ਨਹੀਂ ਝੁਕਦਾ, ਯਾਨੀ ਕਿ ਹਮਾਨ ਦੇ ਸਾਹਮਣੇ ਨਾ ਝੁਕੇਗਾ, ਤੇ ਉਹਨੂੰ ਫਿਰ ਮਾਰ ਦਿੱਤਾ ਜਾਏਗਾ, ਕਤਲ ਕਰ ਦਿੱਤਾ ਜਾਏਗਾ। ਬਾਦਸ਼ਾਹ ਨੇ ਕਾਨੂੰਨ ਪਾਸ ਕਰ ਦਿੱਤਾ। ਇਹਦੇ ਵਿੱਚ ਇੱਕ ਜਿਹੜਾ ਇੰਟਰਸਟਿੰਗ ਪੁਆਇੰਟ ਹੈਗਾ ਉਹ ਇਹ ਵੇ ਕਿ ਬਾਦਸ਼ਾਹ ਨੇ ਕਾਨੂੰਨ ਤਾਂ ਪਾਸ ਕਰ ਦਿੱਤਾ, ਇਹਦੇ ਵਿੱਚ ਇੱਕ ਮੇਨ ਜੋ ਇੱਕ ਆਪਣਾ ਇਹਨਾਂ ਨੂੰ ਜਿਸ ਵਜ੍ਹਾ ਕਰਕੇ ਹਮਾਨ ਨਾਕਾਮ ਹੋ ਗਿਆ, ਉਹਦੀ ਇੱਕ ਬੁਨਿਆਦੀ ਵਜ੍ਹਾ ਇਹ ਸੀਗੀ ਕਿ ਜਿਹੜੇ ਸੀਗੇ ਮੁਰਤਗੇ, ਇਹਨਾਂ ਨੇ ਇੱਕ ਵਾਰੀ ਬਾਦਸ਼ਾਹ ਦੀ ਜਾਨ ਬਚਾਈ ਸੀ। ਇੱਕ ਸਾਜ਼ਿਸ਼ ਹੋਈ ਸੀ ਬਾਦਸ਼ਾਹ ਦੇ ਖਿਲਾਫ ਕਿ ਬਾਦਸ਼ਾਹ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਗਈ ਸੀ, ਔਰ ਹਮਾਨ ਨੇ ਇਹਨਾਂ ਦੀ ਜਾਨ ਬਚਾਈ ਸੀ, ਜੋ ਕਿ ਯਹੂਦੀ ਸੀਗੇ ਤੇ ਮੁਰਤਗੇ, ਤੇ ਹਮਾਨ ਨੇ ਆਗਨੂ ਰਿਲੀਜਨ ਨੂੰ ਫੋਲੋ ਕਰਦੇ ਸੀਗੇ। ਲੇਕਿਨ ਬਾਦਸ਼ਾਹ ਦੀ ਜਾਨ ਬਚਾਈ ਇਸ ਵਜ੍ਹਾ ਕਰਕੇ ਕਿਉਂਕਿ ਇਹ ਉੱਥੇ ਗੁਲਾਮ ਸੀਗੇ। ਇਹ ਗੁਲਾਮ ਕਿਉਂਕਿ ਇਹਨਾਂ ਨੂੰ ਫਲਸਤੀਨ ਜਦੋਂ ਕੱਢ ਦਿੱਤਾ ਗਿਆ ਤੇ ਇਹਨਾਂ ਨੂੰ ਫਿਰ ਰਹਿਣ ਨੂੰ ਜਗ੍ਹਾ ਕੋਈ ਨਹੀਂ ਸੀ, ਫਿਰ ਈਰਾਨ ਦੇ ਬਾਦਸ਼ਾਹ ਨੇ ਇਹਨਾਂ ਦੀ ਮਦਦ ਕੀਤੀ ਔਰ ਇਹਨਾਂ ਨੂੰ ਆਪਣੇ ਕੋਲੇ ਪਨਾਹ ਦਿੱਤੀ, ਔਰ ਇਹ ਉਹਨਾਂ ਦੇ ਦਰਬਾਰ ਦੇ ਬਾਹਰਲੀ ਸਾਈਡ ਤੇ ਬਹਿ ਜਾਂਦੇ ਸੀ ਜਾ ਕੇ। ਤੇ ਮੁਰਤਗੇ ਨੇ ਜੋ ਕਿ ਯਹੂਦੀ ਸੀ, ਇਹਨਾਂ ਨੇ ਇੱਕ ਵਾਰੀ ਕੋਈ ਸਾਜ਼ਿਸ਼ ਕੋਈ ਕਰ ਰਿਹਾ ਸੀਗਾ ਕਿ ਉਹਨੂੰ ਬਾਦਸ਼ਾਹ ਨੂੰ ਜ਼ਹਿਰ ਦੇਣ ਦੇ ਬਾਰੇ, ਔਰ ਉਹਨੇ ਸਰਗੋਸ਼ੀਆਂ ਕਰ ਰਹੇ ਸੀ ਆਪਸ ਦੇ ਅੰਦਰ, ਉਹ ਇਹਨਾਂ ਨੇ ਸੁਣ ਲਿਆ, ਔਰ ਇਹਨਾਂ ਨੇ ਫਿਰ ਬਾਦਸ਼ਾਹ ਦੀ ਜੋ ਆਪਣੀ ਬੇਗਮ ਸੀ, ਉਹਨਾਂ ਤੱਕ ਸ਼ਹਿਜ਼ਾਦੀ ਸੀ, ਉਹਨਾਂ ਤੱਕ ਇਹਨਾਂ ਨੇ ਗੱਲ ਪਹੁੰਚਾਈ ਆਪਣੇ ਥਰੂ, ਕਿਸੇ ਤਰੀਕੇ ਥਰੂ। ਜਦੋਂ ਗੱਲ ਪਹੁੰਚਾਈ ਤੇ ਬਾਦਸ਼ਾਹ ਨੂੰ ਪਤਾ ਚੱਲ ਗਿਆ, ਫਿਰ ਬਾਦਸ਼ਾਹ ਨੇ ਉਹ ਜਿਹੜੀ ਸੀ ਸਾਜ਼ਿਸ਼ ਉਹਨੂੰ ਨਾਕਾਮ ਕੀਤਾ। ਇਹਦਾ ਕ੍ਰੈਡਿਟ ਨਹੀਂ ਸੀ ਮਿਲਿਆ ਹੈਗਾ ਮੁਰਤਗੇ ਨੂੰ, ਇਹਦਾ ਕ੍ਰੈਡਿਟ ਨਹੀਂ ਸੀ ਮਿਲਿਆ, ਯਾਨੀ ਕਿ ਕੋਈ ਇਨਾਮ ਨਹੀਂ ਸੀ ਮਿਲਿਆ। ਔਰ ਬਾਕਾਇਦਾ ਜਦੋਂ ਬਾਦਸ਼ਾਹ ਨੂੰ ਪਤਾ ਲੱਗਿਆ ਸੀਗਾ ਕਿ ਮੈਂ ਕਿਸੇ ਨੇ ਸ਼ਹਿਜ਼ਾਦੀ ਨੇ ਦੱਸ ਦਿੱਤਾ ਕਿ ਇਸ ਤਰ੍ਹਾਂ ਖਬਰ ਆਈ ਸੀ, ਬਾਹਰੋਂ ਮੈਨੂੰ ਖਬਰ ਆਈ ਸੀ, ਉਹਨੇ ਕਿਹਾ ਠੀਕ ਹੈ, ਉਹਨੇ ਆਪਣੀ ਡਾਇਰੀ ਦੇ ਅੰਦਰ ਵਾਕਿਆ ਲਿਖਾ ਲਿਆ ਕਿ ਇਹ ਖਬਰ ਬਾਹਰੋਂ ਆਈ ਸੀ ਤੇ ਕਿਸੇ ਗਰੀਬ ਨੇ ਦਿੱਤੀ ਸੀ, ਕਿਸੇ ਗੁਲਾਮ ਨੇ ਦਿੱਤੀ ਸੀ। ਇਹਨਾਂ ਲਿਖਾ ਕੇ ਉਹਨੇ ਬਸ ਖਤਮ ਕਰ ਦਿੱਤੀ ਕਹਾਣੀ। ਉਹਨੇ ਯਾਨੀ ਕਿ ਇਨਾਮ ਜੋ ਹੱਕਦਾਰ ਸੀਗੇ ਇਨਾਮ ਦੇ, ਉਹ ਨਹੀਂ ਸੀ ਦਿੱਤਾ। ਜਦੋਂ ਇਨਾਮ ਨਹੀਂ ਦਿੱਤਾ ਤੇ ਨਿਜ਼ਾਮ ਚੱਲਦਾ ਰਿਹਾ। ਕੁਝ ਸਾਲਾਂ ਤੋਂ ਬਾਅਦ ਜਦੋਂ ਹਮਾਨ ਨੇ ਉਹ ਕਤਲ ਦਾ ਸਿਸਟਮ ਕਾਨੂੰਨ ਪਾਸ ਕਰਾ ਲਿਆ ਕਿ ਇਹਨਾਂ ਸਾਰਿਆਂ ਨੂੰ ਖਤਮ ਕਰ ਦੇਣਾ ਮੈਂ, ਤੇ ਜਦੋਂ ਮੁਰਤਗੇ ਦੇ ਫਾਂਸੀ ਦਾ ਆਰਡਰ ਜਾਰੀ ਹੋ ਗਿਆ ਕਿ ਮੁਰਤਗੇ ਜਿੰਨੀ ਵੀ ਕੌਮ ਹੈਗੀ ਜਿਹੜੀ ਤੁਹਾਡੇ ਨਹੀਂ ਤੁਹਾਨੂੰ ਸਜਦਾ ਕਰਦੀ ਜਾਂ ਤੁਹਾਨੂੰ ਨਹੀਂ ਮੰਨਦੀ, ਇਹਨੂੰ ਕਤਲ ਕਰ ਦਿੱਤਾ ਜਾਵੇ। ਹੁਣ ਬੇਸਿਕਲੀ ਨਿਜ਼ਾਮ ਇੱਕ ਇਸ ਤਰ੍ਹਾਂ ਦਾ, ਅੱਲਾ ਦੀ ਜ਼ਾਤ ਜਦੋਂ ਫਿਰ ਤੁਹਾਡਾ ਅਕੀਦਾ ਅਗਰ ਮਜ਼ਬੂਤ ਹੋਵੇ ਤਾਂ ਅੱਲਾ ਦੀ ਜ਼ਾਤ ਤੁਹਾਡੀ ਮਦਦ ਕਰਦੀ। ਇਹ ਜੋ ਯਹੂਦੀ ਮੁਰਤਗੇ ਸੀਗਾ, ਇਹਨੇ ਫਿਰ ਅੱਲਾ ਦੀ ਜ਼ਾਤ ਨੂੰ ਮੰਨਦਾ ਸੀ, ਉਦੋਂ ਬਹੁਤ ਇਹਨਾਂ ਦਾ ਉਦੋਂ ਇਸਲਾਮ ਇਹੀ ਸੀ। ਉਦੋਂ ਫਿਰ ਇਹ ਹੋਇਆ ਕਿ ਇਹ ਚਲੇ ਗਏ ਜਦੋਂ ਆਪਣੇ ਯਾਨੀ ਕਿ ਦਰਬਾਰ ਦੇ ਅੰਦਰ, ਔਰ ਇਹਨਾਂ ਨੂੰ ਸੁਬਾਹ ਫਾਂਸੀ ਸੀਗੀ ਤੇ ਰਾਤ ਨੂੰ ਬਾਦਸ਼ਾਹ ਨੂੰ ਨੀਂਦ ਨਾ ਆ ਰਹੀ ਹੋਵੇ। ਬਾਦਸ਼ਾਹ ਨੂੰ ਜਦੋਂ ਨੀਂਦ ਨਹੀਂ ਸੀ ਆ ਰਹੀ ਤੇ ਬਾਦਸ਼ਾਹ ਨੇ ਸੋਚਿਆ ਕਿ ਯਾਰ ਉਹ ਪੁਰਾਣੀ ਡਾਇਰੀ ਸੀ ਇਹਨਾਂ ਦੇ ਕੋਲ ਜਿਹਦੇ ਅੰਦਰ ਉਹ ਵਾਕਿਆ ਲਿਖਿਆ ਸੀਗਾ ਫਾਂਸੀ ਵਾਲਾ, ਦੂਸਰਾ ਸਾਜ਼ਿਸ਼ ਵਾਲਾ। ਉਹਨੇ ਕਿਹਾ ਚਲੋ ਡਾਇਰੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਵਾਕਿਆ ਸੁਣੋ, ਚਲੋ ਡਾਇਰੀ ਲਿਆਓ, ਮੈਨੂੰ ਡਾਇਰੀ ਸੁਣਾਓ। ਮੈਂ ਉਹ ਬੈਠਾ ਡਾਇਰੀ ਸੁਣ ਰਿਹਾ ਸੀਗਾ, ਔਰ ਜਦੋਂ ਇਹ ਮੁਰਤਗੇ ਵਾਲਾ ਵਾਕਿਆ ਆਇਆ ਨਾ ਉਹਦੇ ਅੰਦਰ, ਤੇ ਉਹਨੇ ਕਿਹਾ ਅੱਛਾ ਯਾਰ ਇਹ ਕੌਣ ਸੀ? ਉਹਨੇ ਕਿਹਾ ਇਹ ਉਹੀ ਮੁਰਤਗੇ ਜਿਹਨੂੰ ਆਪਾਂ ਸੁਬਾਹ ਫਾਂਸੀ ਦੇਣੀ। ਉਹਨਾਂ ਨੇ ਕਿਹਾ ਹਾਂਜੀ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਇਹਨੇ ਤਾਂ ਮੇਰੀ ਜਾਨ ਬਚਾਈ ਸੀ। ਉਹਨੇ ਕਿਹਾ ਜੀ ਜੀ। ਉਹ ਫਿਰ ਸ਼ਹਿਜ਼ਾਦੀ ਆਈ, ਸ਼ਹਿਜ਼ਾਦੀ ਨੇ ਫਿਰ ਦੱਸਿਆ ਕਿ ਇਹ ਉਹੀ ਮੁਰਤਗੇ ਸੀ, ਇਸੇ ਨੇ ਖਬਰ ਪਹੁੰਚਾਈ ਸੀ ਮੇਰੇ ਤੱਕ ਤੇ ਮੈਂ ਫਿਰ ਤੁਹਾਡੀ ਜਾਨ ਬਚਾਈ ਸੀ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਆਪਾਂ ਤਾਂ ਇਹਨੂੰ ਫਾਂਸੀ ਦੇਣ ਲੱਗੇ ਹਾਂ। ਉਹਨੇ ਕਿਹਾ ਅੱਛਾ ਇਹਦੀ ਨਾ ਸਜ਼ਾ ਜਾਓ, ਜਾ ਕੇ ਉਹਨੂੰ ਰੋਕੋ ਹਮਾਨ ਨੂੰ ਕਿ ਇਹਨੂੰ ਸੁਬਾਹ ਫਾਂਸੀ ਨਾ ਦੇਵੇ। ਤੇ ਸੁਬਾਹ ਅਜੇ ਇਹ ਚੀਜ਼ ਚੱਲ ਹੀ ਰਹੀ ਸੀ ਤੇ ਉਧਰੋਂ ਹਮਾਨ ਦਾਖਲ ਹੋ ਗਿਆ ਬਾਦਸ਼ਾਹ ਦੇ ਦਰਬਾਰ ਦੇ ਅੰਦਰ, ਔਰ ਉਹਨੇ ਕਿਹਾ ਕਿ ਬਾਦਸ਼ਾਹ ਸਲਾਮਤ ਮੈਨੂੰ ਸੁਬਾਹ ਵਾਸਤੇ ਦੇ ਫਰਮਾਨ ਜਾਰੀ ਕਰੋ, ਮੈਂ ਇਹਨਾਂ ਨੂੰ ਸੁਬਾਹ ਫਾਂਸੀ ਦੇਣੀ ਹੈ। ਤੇ ਬਾਦਸ਼ਾਹ ਨੂੰ ਤਾਂ ਪਤਾ ਚੱਲ ਗਿਆ ਸੀ, ਡਾਇਰੀ ਪੜ੍ਹ ਲਈ ਸੀ ਉਹਨੇ ਕਿ ਇਹ ਮਾਮਲਾਤ ਹੋਏ ਸੀਗੇ ਤੇ ਮੇਰੀ ਜਾਨ ਇਹਨੇ ਬਚਾਈ ਸੀ। ਬਾਦਸ਼ਾਹ ਨੇ ਕੀ ਕੀਤਾ ਜੀ, ਉਹਨੇ ਹਮਾਨ ਨੂੰ ਪੁੱਛਿਆ ਕਿ ਇਹ ਜਿਹੜਾ ਬੰਦਾ ਮੇਰੀ ਜਾਨ ਬਚਾਵੇ, ਇਹ ਅਜ਼ੀਮ ਕੰਮ ਕਰੇ, ਉਹਦੇ ਵਾਸਤੇ ਕੀ ਉਹਨੂੰ ਇਨਾਮ ਦੇਣਾ ਚਾਹੀਦਾ। ਔਰ ਉਹਨੂੰ ਲੱਗਿਆ, ਹਮਾਨ ਨੂੰ ਲੱਗਿਆ ਕਿ ਸ਼ਾਇਦ ਮੇਰੀ ਗੱਲ ਹੋ ਰਹੀ ਹੈ ਕਿ ਸ਼ਾਇਦ ਮੈਨੂੰ ਇਨਾਮ ਦੇਣਗੇ, ਕਿ ਮੈਂ ਵਜ਼ੀਰ ਹਾਂ ਤੇ ਸ਼ਾਇਦ ਮੈਨੂੰ ਇਨਾਮ ਦੇਣਗੇ। ਉਹਨੇ ਇੱਕ ਲੰਬੀ ਚੌੜੀ ਲਿਸਟ ਬਣਾ ਕੇ ਦੇ ਦਿੱਤੀ ਸ਼ਹਿਜ਼ਾਦੇ ਨੂੰ, ਬਾਦਸ਼ਾਹ ਨੂੰ ਕਿਹਾ ਜੀ ਲਿਸਟ ਹੈਗੀ ਉਹਦੇ ਵਿੱਚ ਉਹਨੇ ਲਿਖ ਦਿੱਤਾ ਕਿ ਜੀ ਉਹ ਜਿਸ ਅਜ਼ੀਮ ਬੰਦੇ ਨੇ ਕੰਮ ਕੀਤਾ ਉਹਨੂੰ ਘੋੜੇ ਦੇ ਉੱਤੇ ਬਿਠਾਇਆ ਜਾਵੇ, ਸ਼ਹਿਜ਼ਾਦੇ ਦੇ ਘੋੜੇ ਦੇ ਉੱਤੇ, ਔਰ ਸ਼ਹਿਜ਼ਾਦਿਆਂ ਵਾਲਾ ਲਿਬਾਸ ਬਣਾਇਆ ਜਾਏ, ਔਰ ਸ਼ਹਿਜ਼ਾਦੇ ਦੀ ਤਲਵਾਰ ਦਿੱਤੀ ਜਾਏ, ਔਰ ਉਹਨੂੰ ਸ਼ਹਿਰ ਦੇ ਅੰਦਰ ਘੁਮਾਇਆ ਜਾਏ, ਔਰ ਲੋਕਾਂ ਨੂੰ ਦੱਸਿਆ ਜਾਏ ਕਿ ਇਹ ਅਜ਼ੀਮ ਕੰਮ ਇਹਨੇ ਕੀਤਾ ਸੀ। ਉਹਨੂੰ ਹਮਾਨ ਨੂੰ ਇਹ ਸੀ ਕਿ ਸ਼ਾਇਦ ਮੈਨੂੰ ਇਹ ਇਨਾਮ ਮਿਲੇਗਾ, ਲੇਕਿਨ ਉਹ ਇਨਾਮ ਤਾਂ ਸੀ ਮੁਰਤਗੇ ਦਾ, ਜਿਹਨੂੰ ਰਾਤ ਨੂੰ ਫਾਂਸੀ ਅਗਲੇ ਦਿਨ ਸੁਬਾਹ ਫਾਂਸੀ ਹੋਣੀ ਸੀ, ਯਹੂਦੀ ਸੀ। ਤੇ ਉਹ ਜਨਾਬ, ਮੈਂ ਯਹੂਦੀ ਬਾਰ-ਬਾਰ ਇਸ ਵਜ੍ਹਾ ਕਹਿ ਰਿਹਾ ਤਾਂ ਕਿ ਤੁਹਾਨੂੰ ਪਤਾ ਰਹੇ ਕਿ ਕਿੰਦਾ ਜ਼ਿਕਰ ਹੋ ਰਿਹਾ। ਉਹ ਜਨਾਬ ਜਦੋਂ ਬਾਦਸ਼ਾਹ ਨੇ ਕਿਹਾ ਅੱਛਾ, ਉਹਨੇ ਕਿਹਾ ਫਿਰ ਇਹੀ ਕਰ, ਜਿਹਨੂੰ ਤੂੰ ਆਪਾਂ ਫਾਂਸੀ ਦੇਣ ਲੱਗੇ ਉਹਦੀ ਫਾਂਸੀ ਕੈਂਸਲ ਕਰੋ ਤੇ ਸੁਬਾਹ ਉਹਨੂੰ
ਉਹਦੀ ਤੂੰ ਘੋੜਾ ਉਹਨੂੰ ਇਸੇ ਤਰ੍ਹਾਂ ਪ੍ਰੋਟੋਕੋਲ ਦਿਓ ਜਿਸ ਤਰ੍ਹਾਂ ਤੂੰ ਮੈਨੂੰ ਲਿਖ ਕੇ ਦਿੱਤਾ ਹੈ, ਉਹਨੂੰ ਬਾਦਸ਼ਾਹ ਲਿਬਾਸ ਬਣਾਓ ਔਰ ਮੇਰੇ ਘੋੜੇ ਤੇ ਲੈ ਕੇ ਜਾਓ ਔਰ ਮੇਰੀ ਤਲਵਾਰ ਦਿਓ। ਔਰ ਤੂੰ ਉਹਨੇ ਹਮਾਨ ਦੇ ਡਿਊਟੀ ਲਾ ਦਿੱਤੀ ਕਿ ਤੂੰ ਉਹਦੀ ਲਗਾਮ ਪਕੜ ਕੇ ਘੋੜੇ ਦੀ ਉਹਨੂੰ ਸ਼ਹਿਰ ਚ ਘੁਮਾਣਾ ਹੈ। ਅੱਲਾ ਦੀ ਕੁਦਰਤ ਦੇਖੋ ਫਿਰ ਕਿਉਂਕਿ ਉਹਨੇ ਝੁਕਣ ਨੇ ਤੋਂ ਇਨਕਾਰ ਕੀਤਾ ਸੀ ਅੱਲਾ ਦੀ ਜ਼ਾਤ ਦੀ ਵਜ੍ਹਾ ਤੋਂ ਕਿਉਂਕਿ ਉਹਦਾ ਈਮਾਨ ਮਜ਼ਬੂਤ ਸੀ, ਤੇ ਫਿਰ ਅੱਲਾ ਦੀ ਜ਼ਾਤ ਨੇ ਉਹਨੂੰ ਅਜਰ ਦਿੱਤਾ ਹੁੰਦਾ ਕਿ ਉਹੀ ਹਮਾਨ ਜਿਹੜਾ ਜਿਹਨੇ ਉਹਨੂੰ ਫਾਂਸੀ ਦੇਣੀ ਸੀਗੀ। ਔਰ ਬੜੀ ਦੀ ਇੰਟਰਸਟਿੰਗ ਗੱਲ ਇਹ ਕਿ ਉਸ ਹਮਾਨ ਨੇ ਇੰਨਾ ਉਹਨੂੰ ਉਹਦੇ ਨਾਲ ਗੁੱਸਾ ਸੀਗਾ ਕਿ ਉਹਨੇ ਆਪਣੇ ਘਰ ਦੇ ਬਾਹਰ ਹਮਾਨ ਨੇ 50 ਫੁੱਟ ਉੱਚੀ ਸੂਲੀ ਬਣਵਾਈ ਸੀ ਜਿਹਦੇ ਉੱਤੇ ਉਹਨੂੰ ਟੰਗਣਾ ਸੀ, ਮੁਰਤਗੇ ਨੂੰ, ਯਹੂਦੀ ਮੁਰਤਗੇ ਨੂੰ ਟੰਗਣਾ ਸੀ ਕਿ ਮੈਂ ਇਹਦੇ ਤੋਂ ਬਦਲਾ ਲਾਂਗਾ, ਇਹਨੂੰ ਇੱਥੇ ਟੰਗਾਂਗਾ ਤੇ ਲੋਕਾਂ ਨੂੰ ਆਵਾਂਗਾ ਕਿ ਜਿਹੜਾ ਮੇਰੇ ਅੱਗੇ ਨਹੀਂ ਝੁਕਿਆ ਉਹਦਾ ਹਾਲਤ ਆ ਹੋਵੇਗੀ। ਉਹ ਜਨਾਬ ਜਦੋਂ ਉਹਨੇ ਸੂਲੀ ਦੇ ਨਹੀਂ ਟੰਗਦਾ ਪਲਾਨ ਖਤਮ ਹੋ ਗਿਆ ਕਿਉਂਕਿ ਅੱਲਾ ਦੀ ਜ਼ਾਤ ਨੇ ਪਲਾਨ ਖਤਮ ਕਰਤਾ ਹੁੰਦਾ। ਔਰ ਉਧਰੋਂ ਸ਼ਹਿਜ਼ਾਦੀ ਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਉਹਦੀ ਫਾਂਸੀ ਕੈਂਸਲ ਹੋ ਗਈ। ਸ਼ਹਿਜ਼ਾਦੀ ਫਿਰ ਮਜ਼ੇ ਦੀ ਇੰਟਰਸਟਿੰਗ ਗੱਲ ਇਹ ਕਿ ਹੋਰ ਜਿਹੜੀ ਇੰਟਰਸਟਿੰਗ ਗੱਲ ਹੈਗੀ ਉਹ ਇਹ ਵੇ ਕਿ ਜਿਹੜੀ ਸ਼ਹਿਜ਼ਾਦੀ ਸੀਗੀ ਉਹ ਵੀ ਯਹੂਦੀ ਸੀ, ਲੇਕਿਨ ਉਹ ਬਾਦਸ਼ਾਹ ਨੂੰ ਨਹੀਂ ਸੀ ਦੱਸਿਆ, ਉਹਨੇ ਚੋਰੀ ਯਾਨੀ ਸ਼ਾਦੀ ਕੀਤੀ ਸੀ ਔਰ ਚੋਰੀ ਇਹ ਚੀਜ਼ ਛੁਪਾਈ ਹੋਈ ਸੀ ਬਾਦਸ਼ਾਹ ਤੋਂ ਕਿ ਮੈਂ ਯਹੂਦੀ ਹਾਂ। ਫਿਰ ਉਹਨੇ ਆ ਕੇ ਦੱਸਿਆ ਕਿ ਅਸਲ ਦੇ ਅੰਦਰ ਜੋ ਵੀ ਹਮਾਨ ਹੈਗਾ, ਜੋ ਵੀ ਸਾਜ਼ਿਸ਼ ਕੀਤੀ ਸੀ, ਉਹਨੇ ਗਲਤ ਸਾਜ਼ਿਸ਼ ਕੀਤੀ ਸੀ, ਉਹ ਤੁਹਾਡੇ ਕਤਲ ਦੀ ਸਾਜ਼ਿਸ਼ ਵੀ ਉਸੇ ਹਮਾਨ ਨੇ ਹੀ ਕੀਤੀ ਸੀ ਔਰ ਇਹ ਮੁਰਤਗੇ ਨੇ ਬਚਾਇਆ ਸੀਗਾ। ਔਰ ਮੁਰਤਗੇ ਜਿਹੜਾ ਹੈਗਾ ਇਹ ਮੇਰਾ ਚੱਚਾ ਜ਼ਾਦ ਭਾਈ ਹੈ ਔਰ ਹਕੀਕਤ ਵੀ ਇਹੀ ਸੀ। ਇਸੇ ਨੇ ਸ਼ਹਿਜ਼ਾਦੀ ਨੇ ਹੀ ਇਹਨਾਂ ਦੀ ਮਦਦ ਕੀਤੀ ਸੀ, ਇਹਨਾਂ ਨੂੰ ਇਰਾਨ ਚ ਲੈ ਕੇ ਆਉਂਦਾ ਸੀਗਾ ਕਿਉਂਕਿ ਇਹਨਾਂ ਨੂੰ ਕੋਈ ਰਹਿਖ ਨਹੀਂ ਸੀ ਦੇ ਰਿਹਾ। ਤੇ ਇਹ ਸ਼ਹਿਜ਼ਾਦੀ ਨੇ ਲੁਕੋਇਆ ਤਾਂ ਹੋਇਆ ਸੀਗਾ ਕਿ ਕਿਰੇ ਬਾਦਸ਼ਾਹ ਮੈਨੂੰ ਕੋਈ ਕੱਟ ਨਾ ਦੇਵੇ ਜਾਂ ਮੈਨੂੰ ਕਤਲ ਨਾ ਕਰਾ ਦੇਵੇ ਜਾਂ ਮੈਨੂੰ ਛੱਡ ਨਾ ਦੇਵੇ। ਇਸ ਵਜ੍ਹਾ ਕਰਕੇ ਮੈਂ ਪੰਜਾਬੀ ਦੇ ਵਿੱਚ ਇਸ ਕਰਕੇ ਗੱਲ ਕਰ ਰਿਹਾ ਤਾਂ ਕਿ ਹਰ ਬੰਦੇ ਨੂੰ ਸਮਝ ਆਵੇ। ਸਾਡੇ ਜਿਹੜੇ ਸਾਦਾ ਬੰਦੇ ਨੇ, ਦੇਸੀ ਲੋਕ ਨੇ, ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਨਹੀਂ ਇਲਮ ਹੈਗਾ। ਇਹਨਾਂ ਵਾਸਤੇ ਮੇਰੀ ਬੇਸਿਕ ਵੀਡੀਓ ਹੈਗੀ ਹੈ। ਤੇ ਜਦੋਂ ਹਮਾਨ ਨੂੰ ਉਹਨੂੰ ਸ਼ਹਿਜ਼ਾਦੇ ਨੂੰ ਪਤਾ ਚੱਲਿਆ, ਉਹਨੂੰ ਬਹੁਤ ਗੁੱਸਾ ਆਇਆ ਕਿ ਅੱਛਾ ਇਹ ਵਜ੍ਹਾ ਸੀਗੀ, ਇਹ ਹਮਾਨ ਨੇ ਮੇਰੇ ਤੋਂ ਗਲਤ ਕਾਨੂੰਨ ਪਾਸ ਕਰਾ ਲਿਆ। ਔਰ ਕਾਨੂੰਨ ਜਿਹੜਾ ਉਸ ਟਾਈਮ ਦਾ ਇਹ ਕਾਨੂੰਨ ਸੀਗਾ ਇਰਾਨ ਦਾ, ਜਿਹੜਾ ਕਾਨੂੰਨ ਇੱਕ ਵਾਰੀ ਬਣ ਗਿਆ ਉਹ ਕਾਨੂੰਨ ਖਤਮ ਨਹੀਂ ਹੋ ਸਕਦਾ ਕਿਸੇ ਵੀ ਸੂਰਤ, ਭਾਵੇਂ ਬਾਦਸ਼ਾਹ ਵੀ ਕਹਿ ਦੇਵੇ ਉਹ ਕਾਨੂੰਨ ਜਿਹੜਾ ਬਣ ਗਿਆ ਉਹ ਖਤਮ ਨਹੀਂ ਹੋ ਸਕਦਾ, ਸਿਰਫ ਉਹਦੇ ਅੰਦਰ ਤਰਮੀਮ ਕੀਤੀ ਜਾ ਸਕਦੀ ਹੈ, ਉਹਨੂੰ ਥੋੜਾ ਚੇਂਜ ਕੀਤਾ ਜਾ ਸਕਦਾ ਹੈ ਬਸ। ਫਿਰ ਕਾਨੂੰਨ ਤਾਂ ਜਾਣੀ ਕਿ ਚੇਂਜ ਨਹੀਂ ਸੀ ਕੀਤਾ ਜਾ ਸਕਦਾ ਜਿਹੜਾ ਉਹਨੇ ਪਾਸ ਕਰਾ ਲਿਆ ਕਿ ਜਿਹੜਾ ਨਾ ਝੁਕੇ ਉਹਨੂੰ ਕਤਲ ਕਰ ਦਿਓ ਇਸ ਤਰ੍ਹਾਂ ਦਾ। ਫਿਰ ਬਾਦਸ਼ਾਹ ਨੂੰ ਗੁੱਸਾ ਬਹੁਤ ਆਇਆ। ਬਾਦਸ਼ਾਹ ਨੇ ਫਿਰ ਉਸੇ ਸੂਲੀ ਦੇ ਉੱਤੇ ਹਮਾਨ ਨੂੰ ਟੰਗ ਦਿੱਤਾ। ਜਿਹੜਾ ਹਮਾਨ ਨੇ ਜਿਸਨੇ ਯਹੂਦੀਆਂ ਨੂੰ ਕਤਲ ਕਰਨ ਦਾ ਬਾਰੇ ਸੋਚਿਆ ਉਸੇ ਸੂਲੀ ਦੇ ਉੱਤੇ ਟੰਗਦਾ। ਇਸੇ ਖੁਸ਼ੀ ਦੇ ਅੰਦਰ ਉਹ ਦਿਨ ਜਿਹੜਾ ਮੈਂ ਤੁਹਾਨੂੰ ਕਹਿਣਾ ਸੀ ਕੈਲੰਡਰ ਦੇ ਅੰਦਰ ਇੱਕ ਐਸਾ ਦਿਨ ਆਉਂਦਾ ਹੈ ਜਿਹਨੂੰ ਇਹ ਸੈਲੀਬ੍ਰੇਟ ਕਰਦੇ ਨੇ ਔਰ ਉਹ ਉਸੇ ਦਿਨ ਨੂੰ ਇਹ ਹੁਣ ਆਪਣਾ ਹਿਸਟੋਰੀਕਲ ਦਿਨ ਸਮਝਦੇ ਨੇ। ਔਰ ਜਿੰਨੇ ਵੀ ਕੰਮ ਇਹ ਕਰਦੇ ਨੇ ਨਾ, ਜੰਗਾਂ ਲਾਉਂਦੇ ਨੇ ਜਾਂ ਕਿਸੇ ਤੇ ਹਮਲਾ ਕਰਦੇ ਨੇ, ਉਸੇ ਦਿਨ ਨੂੰ ਕਰਦੇ ਨੇ, ਉਸੇ ਦਿਨ ਕਰਦੇ ਨੇ ਕਿਉਂਕਿ ਉਸ ਦਿਨ ਇਹਨਾਂ ਦੀ ਫਤਹ ਹੋਈ ਸੀ। ਇਹ ਉਸੇ ਚੀਜ਼ ਨੂੰ ਬੁਨਿਆਦ ਬਣਾ ਕੇ ਹੁਣ ਇਹ ਜ਼ਿਆਦਾਤਰ ਹਫਤੇ ਦਾ ਦਿਨ ਹੈਗਾ ਔਰ ਅੱਲਾ ਦੀ ਜ਼ਾਤ ਨੇ ਇਹਨਾਂ ਨੂੰ ਹਫਤੇ ਦੇ ਦਿਨ ਜੰਗਾਂ ਔਰ ਲੜਾਈਆਂ ਕਰਨ ਤੋਂ ਮਨਾ ਫਰਮਾਇਆ ਸੀ ਯਹੂਦੀਆਂ ਨੂੰ, ਲੇਕਿਨ ਇਹ ਹੁਣ ਜਿੰਨੀਆਂ ਵੀ ਜੰਗਾਂ ਕਰਦੇ ਨੇ ਉਹਦਾ ਉਲਟ ਕਰਦੇ ਨੇ। ਹਫਤੇ ਵਾਲੇ ਦਿਨ ਇਹ ਜੰਗਾਂ ਕਰਦੇ ਨੇ। ਹੁਣ ਜਿਹਨਾਂ ਵੀ ਇਰਾਨ ਤੇ ਹਮਲਾ ਹੋਇਆ, ਇਹ ਬਹੁਤ ਇੰਟਰਸਟਿੰਗ ਗੱਲ ਹੈਗੀ ਕਿ ਇਰਾਨ ਤੇ ਹਮਲਾ ਜਿਹੜਾ ਹੋਇਆ ਇਹ ਹਫਤੇ ਵਾਲੇ ਦਿਨ ਹੋਇਆ। ਇਹ ਤੁਸੀਂ ਜਾ ਕੇ ਇਹਨਾਂ ਦੀ ਹਿਸਟੋਰੀਕਲ ਕਿਤਾਬਾਂ ਦੇ ਅੰਦਰ ਦੇਖੋ, ਇਹਨਾਂ ਦੀ ਰਿਸਰਚ ਕਰੋ, ਤੁਹਾਨੂੰ ਪਤਾ ਚੱਲੇਗਾ। ਅੱਛਾ ਜੀ, ਜਦੋਂ ਇਹਨਾਂ ਨੂੰ ਇੱਜ਼ਤ ਮਿਲ ਗਈ, ਸਾਰਾ ਨਿਜ਼ਾਮ ਹੋ ਗਿਆ, ਫਿਰ ਬਾਦਸ਼ਾਹ ਨੇ ਆਪਣੀ ਹਮਾਨ ਵਾਲੀ ਮੋਹਰ ਜਿਹੜੀ ਸੀ, ਵਜ਼ੀਰ ਆਪਣਾ ਜਿਹੜਾ ਮੁਰਤਗੇ ਸੀ ਯਹੂਦੀ, ਇਹਨੂੰ ਵਜ਼ੀਰ ਬਣਾਇਆ ਆਪਣਾ ਔਰ ਇਹਨੂੰ ਮੋਹਰ ਦੇ ਦਿੱਤੀ, ਆਪਣੀ ਮੋਹਰ ਦੇ ਦਿੱਤੀ। ਜਦੋਂ ਬਕਾਇਦਾ ਪੂਰਾ ਪ੍ਰੋਟੋਕੋਲ ਦਿੱਤਾ ਕਿ ਤੈਨੂੰ ਜੋ ਕੁਝ ਵੀ ਮੇਰੀ ਸਲਤਨਤ ਤੋਂ ਚਾਹੀਦਾ ਹੋਵੇ ਉਹ ਤੂੰ ਲੈ ਜਾ ਔਰ ਜਾ ਕੇ ਦੁਬਾਰਾ ਫਲਸਤੀਨ ਦੇ ਅੰਦਰ ਦੁਬਾਰਾ ਹੈਕਲੇ ਸੁਲੇਮਾਨੀ ਤਮੀਰ ਕਰ। ਪਹਿਲਾ ਹੈਕਲੇ ਸੁਲੇਮਾਨੀ ਜੋ ਕਿ ਹਜ਼ਰਤ ਸੁਲੇਮਾਨ ਅਲੈਹਿਸਲਾਮ ਨੇ ਬਣਾਇਆ ਸੀਗਾ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀਗਾ, ਗਿਰਾ ਦਿੱਤਾ ਗਿਆ ਸੀ। ਦੁਬਾਰਾ ਫਿਰ ਇਹ ਮੁਰਤਗੇ ਆਇਆ, ਇਹਨੇ ਫਿਰ ਆ ਕੇ ਯਾਨੀ ਕਿ ਦੁਬਾਰਾ ਹੈਕਲੇ ਸੁਲੇਮਾਨੀ ਤਿਆਰ ਕੀਤਾ ਉਸ ਬਾਦਸ਼ਾਹ ਦੀ ਮਦਦ ਦੇ ਨਾਲ, ਇਰਾਨ ਦੀ ਮਦਦ ਦੇ ਨਾਲ, ਯਾਨੀ ਕਿ ਸਾਰਾ ਨਿਜ਼ਾਮ ਫਿਰ ਇਹਨਾਂ ਨੇ ਕੀਤਾ। ਤੇ ਦੁਬਾਰਾ ਫਿਰ ਇਹ ਜਾ ਕੇ, ਕਿਉਂਕਿ ਇਹਨਾਂ ਦੀ ਇੱਕ ਪੈਰਾਨੀ ਤਰੀਕ ਰਹੀ ਹੈ, ਬਹੁਤ ਲੰਬੀ ਤਰੀਕ ਹੈਗੀ ਇਹਨਾਂ ਦੀ, ਕਿ ਇਹ ਕੌਮ ਨੂੰ ਅੱਲਾ ਦੀ ਜ਼ਾਤ ਨੇ ਇੰਨੀ ਇੱਜ਼ਤ ਦਿੱਤੀ ਔਰ ਇਹਨਾਂ ਨੇ ਬਾਰ-ਬਾਰ ਉਸੇ ਇੱਜ਼ਤ ਦਾ ਯਾਨੀ ਕਿ 4 ਦਿਨ ਸਿੱਧੇ ਰਹਿੰਦੇ ਸੀ, ਬਾਅਦ ਚ ਵਿਗੜ ਜਾਂਦੇ ਸੀ, ਜੋ ਹਾਲ ਅੱਜ ਸਾਡਾ ਹੈਗਾ। ਕਿਉਂਕਿ ਅੱਜ ਅਸੀਂ ਵੀ ਮੁਸਲਮਾਨ ਹੋਣ ਦੇ ਨਾਤੇ ਅਸੀਂ ਹਰ ਉਹ ਪੁੱਠਾ ਕੰਮ ਕਰਨੇ ਆ ਜਿਹੜਾ ਕਿ ਨਹੀਂ ਕਰਨਾ ਚਾਹੀਦਾ, ਲੇਕਿਨ ਅਸੀਂ ਜਵਾਬ ਇਹੀ ਬਣਾਉਂਦੇ ਆ, ਕੋਈ ਨਾ ਕੋਈ ਮੌਲਵੀ ਕੋਈ ਨਾ ਕੋਈ ਵਿੱਚੋਂ ਪੁੱਠੀ ਸ਼ੈ ਕੱਢ ਕੇ ਲੈ ਆਉਂਦੇ ਨੇ ਔਰ ਸਾਨੂੰ ਜਵਾਬ ਪੇਸ਼ ਕਰਦੇ ਨੇ। ਇਹੀ ਚੀਜ਼ ਇਹ ਕਰਦੇ ਸੀਗੇ ਜਿਸ ਤਰ੍ਹਾਂ ਅੱਜ ਅਸੀਂ ਆਇਤਾਂ ਨੂੰ ਤੋੜ ਮਰੋੜ ਕੇ ਆਪਣੇ ਹਿਸਾਬ ਨਾਲ ਢਾਲ ਲੈਂਦੇ ਹਾਂ, ਉਸੇ ਤਰ੍ਹਾਂ ਇਹ ਕੰਮ ਕਰਦੇ ਸੀ। ਜਿੰਨੀਆਂ ਵੀ ਆਇਤਾਂ ਨੇ ਇਹਨਾਂ ਨੂੰ ਆਪਣੇ ਬਹੁਤ ਸਾਰਾ ਜਿਹੜੇ ਹੈਗੇ ਨੇ ਪੁੱਠੇ ਕੰਮਾਂ ਤੇ ਜਿਵੇਂ ਜਿੰਨੀਆਂ ਵੀ ਬਦਲੀਆਂ ਨੇ ਆਪਣੇ ਮੁਸਲਮਾਨਾਂ ਨੇ ਇਹਨਾਂ ਤੋਂ ਚੀਜ਼ਾਂ ਫੋਲੋ ਕੀਤੀਆਂ। ਬਲਕਿ ਇਹਨਾਂ ਨੇ ਫੋਲੋ ਕੀ ਕੀਤੀਆਂ ਨੇ, ਯਹੂਦੀ ਹੀ ਨੇ ਜਿਹੜੇ ਚੀਜ਼ਾਂ ਨੂੰ ਮੋੜਦੇ ਨੇ, ਸਿਰਫ ਐਸਾ ਲਿਬਾਸ ਓੜ ਲੈਂਦੇ ਨੇ ਕਿ ਲੱਗੇ ਬੰਦਿਆਂ ਨੂੰ ਕਿ ਯਾਰ ਇਹ ਯਹੂਦੀ ਨਹੀਂ ਮੁਸਲਮਾਨ ਨੇ, ਲੇਕਿਨ ਹੁੰਦੇ ਯਹੂਦੀ ਨੇ। ਅਸਲ ਦੇ ਵਿੱਚ ਇਹਨਾਂ ਦੀ ਪੁਰਾਣੀ ਫਿਤਰਤ ਹੈ ਕਿ ਜਦੋਂ ਕਿਸੇ ਕੰਮ ਨੂੰ ਇਹ ਫੜ ਲੈਂਦੇ ਨੇ ਨਾ ਤੇ ਐਸੇ ਤਰੀਕੇ ਨਾਲ ਅੰਜਾਮ ਦਿੰਦੇ ਨੇ ਕਿ ਕਿਸੇ ਨੂੰ ਪਤਾ ਹੀ ਨਾ ਚੱਲੇ ਕਿ ਯਾਰ ਇਹ ਬੰਦਾ ਹੈ ਕੀ।
ਅਸਲ ਦੇ ਵਿੱਚ ਜਿੰਨੇ ਵੀ ਇਸਲਾਮ ਦੇ ਦੁਸ਼ਮਣ ਨੇ, ਇਹ ਜਦੋਂ ਲਿਬਾਸ ਵੇਖੋਗੇ, ਨਮਾਜ਼ਾਂ ਪੜ੍ਹਦੇ ਨੇ, ਰੋਜ਼ੇ ਰੱਖਦੇ ਨੇ, ਜ਼ਕਾਤਾਂ ਦਿੰਦੇ ਨੇ, ਬਕਾਇਦਾ ਕੁਰਾਨ ਸ਼ਰੀਫ ਪੜ੍ਹਦੇ ਨੇ, ਔਰ ਇਹ ਤੁਹਾਨੂੰ ਲੱਗੇਗਾ ਕਿ ਨਹੀਂ ਯਹੂਦੀ ਹੈ। ਇਹਦਾ ਇੱਕ ਛੋਟਾ ਜਿਹਾ ਯਾਨੀ ਕਿ ਵੀਡੀਓ ਥੋੜੀ ਲੰਬੀ ਹੋ ਜਾਏਗੀ, ਲੇਕਿਨ ਇਹ ਈਮਾਨ ਤੁਹਾਡਾ ਜ਼ਰੂਰ ਤਾਜ਼ਾ ਹੋਵੇਗਾ ਇਸ ਵੀਡੀਓ ਨੂੰ ਦੇਖ ਕੇ। ਇਹਦੀ ਇੱਕ ਛੋਟੀ ਜਿਹੀ ਮਿਸਾਲ ਇਹ ਵੇ ਕਿ ਇੱਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੂੰ ਨਾ ਇੱਕ, ਮੈਨੂੰ ਹੁਣ ਸ਼ਾਇਦ ਉਹ ਯਾਦ ਨਹੀਂ ਆ ਰਿਹਾ, ਉਸ ਬਾਦਸ਼ਾਹ ਦਾ ਨਾਮ ਯਾਦ ਨਹੀਂ ਆ ਰਿਹਾ, ਇੱਕ ਮਿੰਟ ਜ਼ਰਾ ਬ੍ਰੇਕ ਲਗਾਈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਹ ਇਸ ਤਰ੍ਹਾਂ ਲਬਾਦਾ ਓੜ ਲੈਂਦੇ ਨੇ ਇਸਲਾਮ ਦਾ। ਇਹਦੀ ਇੱਕ ਛੋਟੀ ਜਿਹੀ ਮਿਸਾਲ ਇਸ ਤਰ੍ਹਾਂ ਦੇਖ ਲਓ ਤੁਸੀਂ ਕਿ ਇਹ ਨੂਰੁਦੀਨ ਜ਼ੰਗੀ ਇੱਕ ਬਹੁਤ ਬੜੇ ਬਾਦਸ਼ਾਹ ਗੁਜ਼ਰੇ ਨੇ, ਜਿਨ੍ਹਾਂ ਨੂੰ ਇੱਕ ਸ਼ਰਫ ਹਾਸਲ ਹੈ ਕਿ ਜਿਨ੍ਹਾਂ ਨੇ ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਦੀ ਬਹੁਤ ਹੀ ਪਿਆਰਾ ਕੰਮ ਕੀਤਾ, ਉਹਨਾਂ ਦੀ ਹਿਫਾਜ਼ਤ ਕੀਤੀ, ਉਹਨਾਂ ਦੇ ਯਾਨੀ ਕਿ ਰੋਜ਼ਾ ਰਸੂਲ ਦੀ ਹਿਫਾਜ਼ਤ ਕੀਤੀ। ਔਰ ਇਹ ਕਿਸ ਤਰ੍ਹਾਂ ਕੀਤੀ, ਇਹਦਾ ਇੱਕ ਬਹੁਤ ਪਿਆਰਾ ਵਾਕਿਆ ਹੈਗਾ। ਹਜ਼ਰਤ ਨੂਰੁਦੀਨ ਜ਼ੰਗੀ ਦੇ ਖਾਬ ਅੰਦਰ ਆਉਂਦੇ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਔਰ ਉਹਨੂੰ ਕਹਿੰਦੇ ਨੇ ਕਿ ਰਾਤ ਦੇ ਟਾਈਮ ਸੁੱਤਾ ਪਿਆ ਹੁੰਦਾ, ਉਹਨੂੰ ਉਠਾ ਕੇ ਕਹਿੰਦੇ ਨੇ ਕਿ ਯਾਰ ਉੱਠ ਨੂਰੁਦੀਨ, ਮੁਝੇ 2 ਕੁੱਤੇ ਤੰਗ ਕਰ ਰਹੇ ਹਨ। ਯਾਨੀ ਕਿ ਮੈਂ ਤੁਹਾਨੂੰ ਪੰਜਾਬੀ ਦੇ ਅੰਦਰ ਦੱਸਣਾ ਕਿ ਉਹਨਾਂ ਨੇ ਨਬੀ ਪਾਕ ਨੇ ਉਠਾ ਕੇ ਕਿਹਾ ਕਿ ਮੈਨੂੰ ਉਹਨਾਂ ਦੇ ਖਾਬ ਅੰਦਰ ਆ ਕੇ ਕਿਹਾ ਕਿ ਮੈਨੂੰ 2 ਕੁੱਤੇ ਤੰਗ ਕਰ ਰਹੇ ਨੇ। ਉਹ ਉੱਠਿਆ, ਉਹਨੇ ਵੇਖਿਆ ਕਿ ਉਹਦੇ ਤਾਂ ਪਸੀਨੇ ਛੁੱਟ ਗਏ, ਉਹਨੇ ਕਿਹਾ ਸ਼ਾਇਦ ਖਾਬ ਹੈ, ਲੇਕਿਨ ਉਹ ਫਿਰ ਉਹਨੇ ਪਾਣੀ ਪੂਣੀ ਪੀਤਾ, ਫਿਰ ਸੌਂ ਗਿਆ। ਦੁਬਾਰਾ ਫਿਰ ਖਾਬ ਦੇ ਅੰਦਰ ਆਏ ਔਰ ਕਿਹਾ ਨੂਰੁਦੀਨ ਜ਼ੰਗੀ, ਮੈਨੂੰ 2 ਕੁੱਤੇ ਤੰਗ ਕਰ ਰਹੇ ਨੇ। ਨਬੀ ਪਾਕ ਨੇ ਉਹਦੇ ਖਾਬ ਅੰਦਰ ਆ ਕੇ ਕਿਹਾ। ਉਹ ਫਿਰ ਥੋੜਾ ਹੈਰਾਨ ਪਰੇਸ਼ਾਨ ਹੋਇਆ ਕਿ ਇਹ ਉਹਨੇ ਕਿ ਸ਼ਾਇਦ ਮੇਰਾ ਖਾਬ ਹੋਵੇਗਾ। ਜੋ ਤੀਸਰੀ ਵਾਰੀ ਸੁੱਤਾ ਨਾ, ਦੁਬਾਰਾ ਫਿਰ ਜਦੋਂ ਤੀਸਰੀ ਵਾਰ ਇਹੀ ਗੱਲ ਦੁਹਰਾਈ ਨਾ ਉਹਨਾਂ ਨੇ ਕਿ ਨੂਰੁਦੀਨ ਜ਼ੰਗੀ, ਤੋਂ ਉਹ ਫਿਰ ਬੜਾ ਪਰੇਸ਼ਾਨ ਹੋਇਆ। ਉਹ ਉੱਠਿਆ ਔਰ ਉਹਦੇ ਤਾਂ ਪਸੀਨੇ ਛੁੱਟ ਕੇ ਭੱਜਿਆ। ਉਹਨੇ ਆਪਣੇ ਵਜ਼ੀਰ ਨੂੰ ਸੱਦਿਆ, ਉਹਨੇ ਕਿਹਾ ਆਹ ਗੱਲ ਹੈ। ਵਜ਼ੀਰ ਵੀ ਬਹੁਤ ਦੂਰਅੰਦੇਸ਼ ਬੰਦਾ ਸੀਗਾ, ਉਹ ਵੀ ਬਹੁਤ ਅੱਛਾ ਸੀ। ਉਹਨੇ ਫਿਰ ਜਦੋਂ ਇਹ ਖਾਬ ਸੁਣਿਆ, ਉਹਨੇ ਕਿਹਾ ਜੀ ਭੱਜੋ, ਇਹ ਨਾ ਰੋਜ਼ਾ ਰਸੂਲ ਨੂੰ ਕੋਈ ਖਤਰਾ ਹੈ। ਔਰ ਉਹ ਫਿਰ ਉੱਥੋਂ ਹੀ ਉਹਨਾਂ ਨੇ ਤਕਰੀਬਨ 1 ਮਹੀਨੇ ਦਾ ਸਫ਼ਰ ਸੀ, ਜੋ ਕਿ 15 ਦਿਨਾਂ ਦੇ ਅੰਦਰ ਰਾਤ ਦਿਨ ਦੇ ਅੰਦਰ ਸਫ਼ਰ ਮੁਕੰਮਲ ਕੀਤਾ। ਜਦੋਂ ਇੱਥੇ ਰੋਜ਼ਾ ਰਸੂਲ ਤੇ ਆਏ ਔਰ ਉਹਨਾਂ ਨੇ ਫਿਰ ਰਸਤੇ ਦੇ ਅੰਦਰ ਆਉਂਦੇ ਪਏ ਉੱਥੋਂ ਖਜ਼ਾਨਾ ਲਿਆ ਆਪਣਾ, ਉਹਨਾਂ ਨੇ ਪਲਾਨ ਬਣਾਇਆ ਕਿ ਪਤਾ ਕਿਵੇਂ ਲੱਗੇਗਾ, ਜਿਹੜੇ ਚਿਹਰੇ 2 ਦਿਖਾਏ ਨੇ ਨਬੀ ਪਾਕ ਨੇ ਤੁਹਾਨੂੰ, ਤੇ ਇਹ ਇਹਨਾਂ ਦਾ ਕਿਵੇਂ ਪਤਾ ਚੱਲੇਗਾ। ਉਹ ਫਿਰ ਉਹਨਾਂ ਨੇ ਕਿਹਾ ਕਿ ਅੱਛਾ, ਉਹਨਾਂ ਨੇ ਫਿਰ ਪਲਾਨ ਬਣਾਇਆ ਕਿ ਆਪਾਂ ਉੱਥੇ ਜਾ ਕੇ ਖਜ਼ਾਨਾ ਵੰਡਾਂਗੇ, ਹਰ ਬੰਦੇ ਨੂੰ ਸੱਦਾਂਗੇ। ਉਹਨਾਂ ਨੇ ਫਿਰ ਆ ਕੇ ਇਹਨਾਂ ਦੀ ਆਪਣਾ ਇੱਥੋਂ ਸੱਦੇ ਸਾਰੇ ਬੰਦਿਆਂ ਨੂੰ ਇਕੱਠਾ ਕੀਤਾ, ਜਿੰਨੇ ਵੀ ਸਨ ਮੱਕੇ ਨੂੰ, ਕੋਈ ਬੰਦਾ ਰਵੇ ਨਾ। ਉਹਨਾਂ ਨੇ ਕਿਹਾ ਸੁਲਤਾਨ ਨੂਰੁਦੀਨ ਜ਼ੰਗੀ ਜੋ ਹੈ ਉਹ ਤੋਹਫਾ ਤਹਾਇਫ ਵੰਡਣ ਲਈ, ਤੋਹਫੇ ਤਹਾਇਫ ਜਦੋਂ ਵੰਡਣ ਲੱਗ ਗਏ, ਸਾਰੇ ਬੰਦੇ ਲੈ ਕੇ ਚਲੇ ਗਏ, ਲੇਕਿਨ ਉਹ 2 ਬੰਦੇ ਨਜ਼ਰ ਨਹੀਂ ਆਏ। ਉਹਨਾਂ ਨੇ ਫਿਰ ਸੱਦਿਆ ਉੱਥੋਂ ਦੀ ਯਾਨੀ ਕਿ ਜਿਹੜੀ ਇੰਤਜ਼ਾਮੀਆ ਸੀਗੀ ਮੱਕੇ ਦੀ, ਖਾਨਾ ਕਾਬਾ ਦੀ, ਉਹਨਾਂ ਨੂੰ ਪੁੱਛਿਆ ਕਿ ਕੀ ਵਜ੍ਹਾ ਹੈ, ਕੋਈ ਬੰਦਾ ਰਹਿ ਤੇ ਨਹੀਂ ਗਿਆ। ਉਹਨਾਂ ਨੇ ਕਿਹਾ ਨਹੀਂ ਜੀ ਸਭ ਕੋਲ ਹੋਗਾ। ਉਹਨਾਂ ਕਿਹਾ ਫੇਰ ਹੀ ਵੇਖ ਲਓ ਕੋਈ ਬੰਦਾ ਰਹਿੰਦਾ ਹੋਵੇ। ਉਹਨਾਂ ਨੇ ਕਿਹਾ ਜੀ 2 ਹੈ ਨੇ, ਸੂਫੀ ਨੇ, ਆਏ ਨੇ ਬੜੀ ਦੂਰੋਂ, ਤੇ ਉਹ ਤਾਂ ਬਹੁਤ ਪਹੁੰਚੇ ਹੋਏ ਨੇ, ਅੱਲਾ ਦੀ ਨੇਕ ਹਸਤੀਆਂ ਨੇ, ਉਹ ਤਾਂ ਆਪਣੇ ਉਜਰੇ ਚੋਂ ਬਾਹਰ ਹੀ ਨਹੀਂ ਆਉਂਦੇ, ਉਹ 24 ਘੰਟੇ ਇਬਾਦਤ ਹੀ ਕਰਦੇ ਰਹਿੰਦੇ ਨੇ। ਉਹਨਾਂ ਕਿਹਾ ਜੀ ਅੱਛਾ। ਉਹਨੇ ਕਿਹਾ ਉਹ ਬੁਲਾਓ ਮੈਨੂੰ। ਉਹਨਾਂ ਨੂੰ ਪਤਾ ਲੱਗ ਗਿਆ ਕਿ ਵਾਕਈ ਉਹੀ ਹੋਣੇ ਨੇ ਜਿਹੜੇ। ਉਹਨਾਂ ਨੂੰ ਜਦੋਂ ਖੁੜਕੀ ਔਰ ਜਦੋਂ ਉਹਨਾਂ ਨੇ ਕਿਹਾ ਜੀ ਉਹ ਆ ਨਹੀਂ ਸਕਦੇ, ਉਹ ਇਬਾਦਤ ਦੇ ਅੰਦਰ ਮਸਰੂਫ ਨੇ। ਜਦੋਂ ਫਿਰ ਨੂਰੁਦੀਨ ਜ਼ੰਗੀ ਨੇ ਕਿਹਾ ਅੱਛਾ ਅਗਰ ਉਹ ਇਬਾਦਤ ਕਰ ਰਹੇ ਨੇ, ਚਲੋ ਫਿਰ ਆਪਾਂ ਚੱਲਦੇ ਹਾਂ। ਜਦੋਂ ਨੂਰੁਦੀਨ ਜ਼ੰਗੀ ਗਏ ਔਰ ਉਹਨਾਂ ਦੇ ਉਜਰੇ ਦੇ ਜਦੋਂ ਅੰਦਰ ਵੜੇ, ਵੇਖਿਆ ਤੇ ਉਹ ਦੋਨੋਂ ਬਜ਼ੁਰਗ ਸੂਫੀ, ਬਹੁਤ ਲੰਬੀਆਂ ਦਾੜੀਆਂ ਔਰ ਬਹੁਤ ਹੀ ਨੂਰਾਨੀ ਚਿਹਰੇ, ਥੋੜੇ ਐਂ ਲੱਗਣ ਯਾਨੀ ਕਿ ਨੂਰਾਨੀ ਚਿਹਰੇ ਨੇ, ਇਸ ਤਰ੍ਹਾਂ ਦੇ ਲੱਗਣ। ਉਹਨਾਂ ਨੇ ਯਾਨੀ ਕਿ ਲਬਾਦਾ ਹੀ ਇਸ ਤਰ੍ਹਾਂ ਦਾ ਉੜਿਆ ਹੋਵੇ। ਉਹਨਾਂ ਨੇ ਮਸੱਲੇ ਡਾਏ ਨੇ, ਨਮਾਜ਼ਾਂ ਪੜ੍ਹ ਰਹੇ ਨੇ। ਨਮਾਜ਼ਾਂ ਪੜ੍ਹ ਕੇ ਜਦੋਂ ਫਾਰਗ ਹੋਏ ਤੇ ਨੂਰੁਦੀਨ ਜ਼ੰਗੀ ਨੇ ਸਲਾਮ ਦੁਆ ਲਈ ਪੁੱਛਿਆ ਜੀ ਹਾਂ ਜੀ ਕਿੱਥੋਂ ਆਏ। ਉਹਨਾਂ ਨੇ ਕਿਹਾ ਇਸ ਤਰ੍ਹਾਂ ਇੱਥੋਂ ਆਏ ਹਾਂ ਤੇ ਇਸ ਤਰ੍ਹਾਂ ਰਹਿ ਰਹੇ ਹਾਂ ਅਸੀਂ ਤਾਂ ਜੀ ਅੱਲਾ ਦੀ ਇਬਾਦਤ ਕਰਨ ਆਏ ਹਾਂ। ਨੂਰੁਦੀਨ ਜ਼ੰਗੀ ਨੇ ਕਿਹਾ ਅੱਛਾ। ਨੂਰੁਦੀਨ ਜ਼ੰਗੀ ਨੇ ਕਿਹਾ ਚਲੋ ਥੋੜਾ ਜਿਹਾ ਪਿੱਛੇ ਹੋ ਜਾਓ। ਉਹ ਜਦੋਂ ਮਸਲੇ ਤੋਂ ਉਠਾ ਕੇ ਪਿੱਛੇ ਖੜਾ ਕੀਤਾ ਤੇ ਨੂਰੁਦੀਨ ਜ਼ੰਗੀ ਨੇ ਇੱਕ ਮਸਲਾ ਚੱਕਿਆ, ਥੱਲੋਂ ਫਸਟ ਹੀ ਸੀਗਾ, ਕੁਝ ਨਹੀਂ ਨਿਕਲਿਆ। ਦੂਸਰਾ ਮਸਲਾ ਜਦੋਂ ਚੱਕਿਆ ਤੇ ਵੇਖਿਆ ਥੱਲੇ ਸੁਰੰਗ, ਫਟਾ ਜਦੋਂ ਖੜਕਾਇਆ ਜ਼ਮੀਨ ਤੇ ਪੈਓ ਮਾਰਿਆ ਤੇ ਪਤਾ ਲੱਗਿਆ ਇਹ ਤਾਂ ਸੁਰੰਗ ਹੈ। ਜਦੋਂ ਉਤੋਂ ਫਟਾ ਚੱਕਿਆ, ਥੱਲੋਂ ਸੁਰੰਗ ਜਾ ਰਹੀ ਹੋਵੇ, ਫੜ ਲਿਆ ਉਹਨਾਂ ਨੂੰ। ਜਦੋਂ ਫੜ ਕੇ ਜਦੋਂ ਸੁਰੰਗ ਦੇ ਅੰਦਰ ਗਏ ਤੇ ਸਿਰਫ ਤਕਰੀਬਨ 1 ਤੋਂ 2 ਦਿਨ ਦੇ ਹੋਰ ਖੁਦਾਈ ਹੋਣੀ ਸੀ ਤੇ ਨਬੀ ਪਾਕ ਦੇ ਰੋਜ਼ੇ ਰਸੂਲ ਤੱਕ ਪਹੁੰਚ ਜਾਣਾ ਸੀ ਇਹਨਾਂ ਨੇ। ਤੇ ਇਸ ਕਦਰ ਇਹ ਲਬਾਦਾ ਉੜ ਕੇ ਵੜ ਜਾਂਦੇ ਨੇ ਜਦੋਂ ਇਹ ਕੋਈ ਵੀ ਕੰਮ ਕਰਨ ਦੇ ਬਾਰੇ ਸੋਚਣਾ। ਫਿਰ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਹਾਂ ਵੀ ਤੁਹਾਡਾ ਕੀ ਵਜ੍ਹਾ, ਉਹਨਾਂ ਨੇ ਕਿਹਾ ਜੀ ਅਸੀਂ ਹਜ਼ੂਰ ਅਕਰਮ ਸੱਲੱਲਾਹੁ ਅਲੈहि ਵਸੱਲਮ ਦਾ ਜੋ ਜਿਸਮ ਮੁਬਾਰਕ ਹੈ ਜੋ ਹੈਗਾ ਉਹਨੂੰ ਅਸੀਂ ਲੈ ਕੇ ਜਾਣਾ ਸੀਗਾ, ਕੱਢ ਕੇ ਲਿਜਾਣ ਦਾ ਇਹਨਾਂ ਦਾ ਪਲਾਨ ਸੀ। ਤੇ ਫਿਰ ਨੂਰੁਦੀਨ ਜ਼ੰਗੀ ਨੇ ਸੀਸਾ ਫਲਾਈ ਦੀਵਾਰ ਯਾਨੀ ਕਿ ਇੰਨੀ ਖੁਦਾਈ ਕਰਾਈ ਰੋਜ਼ਾ ਰਸੂਲ ਦੇ ਇਰਦ ਗਿਰਦ, ਇੰਨੀ ਖੁਦਾਈ ਕਰਾਈ ਕਿ ਤਕਰੀਬਨ ਜ਼ਮੀਨ ਦਾ ਪਾਣੀ ਆ ਗਿਆ। ਫਿਰ ਉਹਨੇ ਜਾ ਕੇ ਉਹਦੇ ਸੀਸਾ ਫਲਾਈ ਦੀਵਾਰ 4 ਚੁਫੇਰੇ ਕਰਾ ਦਿੱਤੀ ਕਿ ਤਾਂ ਕਿ ਕੋਈ ਹੋਰ ਇਹ ਦੁਬਾਰਾ ਇਸ ਤਰ੍ਹਾਂ ਦੀ ਜਸਾਰਤ ਨਾ ਕਰ ਸਕੇ। ਤੇ ਇਹ ਇੱਕ ਮਿਸਾਲ ਸੀਗੀ। ਬਾਕੀ ਵੀਡੀਓ ਬਹੁਤ ਲੰਬੀ ਹੋ ਗਈ ਹੈ, ਇਸੇ ਦੇ ਰਿਲੇਟਡ ਇੱਕ ਵੀਡੀਓ ਮੈਂ ਹੋਰ ਬਣਾਵਾਂਗਾ
ਜੋ ਕਿ ਅੱਜ ਹੀ ਇਨਸ਼ਾਅੱਲਾ ਅਪਲੋਡ ਹੋ ਜਾਏਗੀ, ਕਿਉਂਕਿ ਏਡੀ ਲੰਬੀ ਵੀਡੀਓ ਫਿਰ ਕੋਈ ਦੇਖਦਾ ਨਹੀਂਗਾ। ਤੇ ਇਸੇ ਦੇ ਮੁਤਲਕ ਹੀ ਇਸੇ ਤੋਂ ਸਟੋਰੀ ਅੱਗੇ ਸ਼ੁਰੂ ਹੋਏਗੀ ਇਨਸ਼ਾਅੱਲਾ। ਕਲੋਜ਼ ਕਰ।